मिल रही। कितनी औरतों को कहा कि भैया आके गुस्ल दो, 10 कह लें, इनकार कर कर देते, देते। क्या कहती थी? असलामुअलैकुम जी नाज़रीन, ਅੱਜ ਜਿਹੜਾ ਇੰਟਰਵਿਊ ਤੁਸੀਂ ਸੁਣ ਰਹੇ ਸੀ ਇਹ ਇੱਕ ਦੁਖੀਆ ਭਰਾ ਦਾ ਇੰਟਰਵਿਊ ਆ। ਇਹਦੀ ਭੈਣ ਜਿਹਦੀ ਉਮਰ ਕੋ 30-31 ਸਾਲ ਸੀ, ਇਰਮ ਉਹਦਾ ਨਾਮ ਸੀ, ਉਹਦੇ ਸ਼ੌਹਰ ਨੇ ਉਹਨੂੰ ਮੁਬੈਨਾ ਤੌਰ ਤੇ ਮਾਰ ਦਿੱਤਾ ਸੀ ਔਰ ਟੋਆ ਕੱਢ ਕੇ ਆਪਣੇ ਘਰ ਦੇ ਵਿੱਚ ਹੀ ਦਬ ਦਿੱਤਾ ਸੀ। ਲੇਕਿਨ ਜਦੋਂ 4 ਦਿਨ ਬਾਅਦ ਉਹਦੀ ਲਾਸ਼ ਨੂੰ ਰਿਕਵਰ ਕੀਤਾ ਗਿਆ ਤੇ ਉਹਦੀ ਲਾਸ਼ ਨੂੰ ਘਰ ਲਿਆਂਦਾ ਗਿਆ ਤੇ ਕੋਈ ਵੀ ਗੁਸਲ ਦੇਣੇ ਵਾਸਤੇ ਤਿਆਰ ਨਹੀਂ ਸੀ। ਉਹ ਦੱਸਦਾ ਕਿ ਮੈਂ 10 ਔਰਤਾਂ ਕੋਲ ਗਿਆ, 10 ਨੇ ਇਨਕਾਰੀ ਕਰ ਦਿੱਤੀ। ਜਦੋਂ 11ਵੀਂ ਔਰਤ ਕੋਲ ਗਿਆ ਤੇ ਉਹਨੇ ਹਾਮੀ ਭਰੀ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਸਿਆਲਕੋਟ ਦੀ ਤਹਿਸੀਲ ਸੰਭੜਿਆਲ ਭੋਪਾਲ ਇਲਾਕੇ ਦਾ ਨਾਮ ਆ, ਉੱਥੇ ਦਾ ਇਹ ਵਾਕਿਆ ਆ। ਉੱਥੇ ਇੱਕ ਫੈਮਿਲੀ ਰਹਿੰਦੀ ਆ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਆ ਨੌਸ਼ੇਰ। ਇਹਨਾਂ ਦੀ ਬੀਵੀ ਦਾ ਨਾਮ ਆ ਜ਼ਾਹਿਦਾ। ਨੌਸ਼ੇਰ ਔਰ ਜ਼ਾਹਿਦਾ ਨੂੰ ਅੱਲਾਹ ਤਾਲਾ ਨੇ 3 ਬੱਚੇ ਦਿੱਤੇ, ਜਿਹਦੇ ਵਿੱਚ 2 ਬੇਟੀਆਂ ਔਰ 1 ਬੇਟਾ। ਸਭ ਤੋਂ ਬੜੀ ਬੇਟੀ ਸੀ ਜਿਹਦਾ ਨਾਮ ਸੀ ਆਸਮਾ। ਆਸਮਾ ਨੇ BSc ਕੀਤੀ। ਆਸਮਾ ਦੀ ਸ਼ਾਦੀ ਕਰ ਦਿੱਤੀ ਗਈ, ਉਹ ਆਪਣੇ ਘਰ ਰਹਿੰਦੀ ਆ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਸੀ ਇਰਮ। ਇਰਮ ਨੌਸ਼ੇਰ ਜਿਹੜੀ ਸੀ ਇਹਨੇ MSc ਹੋਟਲ ਮੈਨੇਜਮੈਂਟ ਦੇ ਵਿੱਚ ਕੀਤੀ ਹੋਈ ਸੀ। ਤੇ ਤੀਸਰੇ ਨੰਬਰ ਤੇ ਬੇਟਾ ਸੀ ਜਿਹਦਾ ਨਾਮ ਬਿਲਾਲ ਸੀ। ਬਿਲਾਲ ਨੇ BSc ਆਨਰਸ ਕੀਤੀ ਹੋਈ ਸੀ ਔਰ ਪੰਜਾਬ ਬੈਂਕ ਦੇ ਵਿੱਚ ਮੁਲਾਜ਼ਮਤ ਕਰਦਾ ਆ। ਹੁਣ ਅੱਜ ਦੀ ਸਟੋਰੀ ਦੇ ਵਿੱਚ ਅੱਜ ਦਾ ਜਿਹੜਾ ਵਾਕਿਆ ਆ ਉਹ ਇਰਮ ਦਾ ਆ। ਇਰਮ ਜਿਸ ਵੇਲੇ ਇਹਨੇ MSc ਹੋਟਲ ਮੈਨੇਜਮੈਂਟ ਦੇ ਵਿੱਚ ਮੁਕੰਮਲ ਕੀਤੀ, ਉਸ ਤੋਂ ਬਾਅਦ ਇੱਕ ਹੋਟਲ ਦੇ ਵਿੱਚ ਇਹਨੇ ਨੌਕਰੀ ਕਰ ਲਈ। ਉਸ ਹੋਟਲ ਦੇ ਵਿੱਚ ਇੱਕ ਵੇਟਰ ਲੜਕਾ ਸੀ ਜਿਹਦਾ ਨਾਮ ਸੀ ਫੁਰਕਾਨ। ਫੁਰਕਾਨ ਚੂੰਕਿ ਪੜ੍ਹਿਆ ਲਿਖਿਆ ਨਹੀਂ ਸੀ ਇੰਨਾ ਹੈਗਾ ਤੇ ਵੇਟਰ ਦੀ ਨੌਕਰੀ ਕਰਦਾ ਸੀ, ਲੇਕਿਨ ਖੂਬਸੂਰਤ ਬੜਾ ਸੀ। ਫੁਰਕਾਨ ਇੱਕ ਚਾਲਬਾਜ਼ ਰੰਗਬਾਜ਼ ਬੰਦਾ ਸੀ ਔਰ ਹੁਸ਼ਿਆਰ ਚਲਾਕ ਸੀ, ਸੋਹਣਾ ਸੀ, ਸੁਨੱਖਾ ਸੀ। ਉਹਨੇ ਇਰਮ ਦੇ ਨਾਲ ਐਸੀ ਕਹਾਣੀ ਫਿੱਟ ਕੀਤੀ, ਉਹਨੂੰ ਐਸਾ ਗੱਲਾਂ ਬਾਤਾਂ ਦੇ ਵਿੱਚ ਲਿਆ ਕਿ ਇਰਮ ਇਹਦੇ ਨਾਲ ਸੈੱਟ ਹੋ ਜਾਂਦੀ ਆ। ਜਿਸ ਵੇਲੇ ਸੈੱਟ ਹੋ ਜਾਂਦੀ ਆ, ਫੁਰਕਾਨ ਕਹਿੰਦਾ ਕਿ ਤੂੰ ਮੇਰੇ ਨਾਲ ਸ਼ਾਦੀ ਕਰ। ਇਰਮ ਹੁਣ ਚੂੰਕਿ ਉਸ ਹੋਟਲ ਦੇ ਵਿੱਚ ਮੈਨੇਜਰ ਸੀ ਤੇ ਫੁਰਕਾਨ ਵੇਟਰ ਸੀ। ਹੁਣ ਇਰਮ ਦਾ ਦਿਲ ਜਿਹੜਾ ਉਹਦੇ ਤੇ ਆ ਗਿਆ ਸੀ ਕਿਉਂਕਿ ਫੁਰਕਾਨ ਸੋਹਣਾ ਸੀ। ਹੁਣ ਫੁਰਕਾਨ ਨੂੰ ਕਹਿਣ ਲੱਗੀ ਕਿ ਤੂੰ ਆਪਣੇ ਵਾਲਿदैन ਨੂੰ ਮੇਰੇ ਘਰ ਭੇਜ ਔਰ ਮੇਰਾ ਰਿਸ਼ਤਾ ਮੰਗਣ ਆਓ, ਫਿਰ ਦੇਖਦੇ ਆਂ। ਫੁਰਕਾਨ ਨੇ ਆਪਣੇ ਵਾਲਿदैन ਨੂੰ ਇਰਮ ਦੇ ਘਰ ਭੇਜਿਆ ਰਿਸ਼ਤੇ ਵਾਸਤੇ ਔਰ ਇਹ ਰਿਸ਼ਤਾ ਜਿਹੜਾ ਫਿਰ ਤੈਅ ਹੋ ਜਾਂਦਾ। ਉਸ ਤੋਂ ਬਾਅਦ ਇਹਦੀ ਸ਼ਾਦੀ ਕਰ ਦਿੱਤੀ ਜਾਂਦੀ ਆ। ਇਰਮ ਜਿਹੜੀ ਆ ਆਪਣੇ ਸਸੁਰਾਲ ਸਹੁਰਿਆਂ ਦੇ ਘਰ ਚਲੇ ਜਾਂਦੀ ਆ। ਹੁਣ ਇਰਮ ਦਾ ਵਾਲਦ ਜਿਹੜਾ ਰਿਟਾਇਰਡ ਪੁਲਿਸ ਅਫਸਰ ਆ ਤੇ ਇਹਦੀ ਮਾਂ ਜਿਹੜੀ ਜ਼ਾਹਿਦਾ ਇੱਕ ਮੈਡੀਕਲ ਟੈਕਨੀਸ਼ੀਅਨ ਰਿਟਾਇਰਡ ਆ। ਤੇ ਜਿਸ ਵੇਲੇ ਇਰਮ ਆਪਣੇ ਸਹੁਰਿਆਂ ਦੇ ਘਰ ਚਲ ਜਾਂਦੀ ਆ ਤੇ ਇਹਨਾਂ ਦਾ ਗੁਜ਼ਾਰਾ ਜਿਹੜਾ ਸ਼ੁਰੂ ਦੇ ਵਿੱਚ ਤਾਂ ਬਹੁਤ ਅੱਛਾ ਹੁੰਦਾ ਰਿਹਾ, ਸਿਸਟਮ ਅੱਛਾ ਚੱਲਦਾ ਰਿਹਾ। ਉਸ ਤੋਂ ਬਾਅਦ ਫੁਰਕਾਨ ਜਿਹੜਾ ਆ ਉਹ ਆਪਣੀ ਬੇਗਮ ਨੂੰ ਕਹਿੰਦਾ ਕਿ ਤੂੰ ਮੈਨੇਜਰ ਆ, ਤੇਰੀ ਤਨਖਾਹ ਚੰਗੀ ਆ ਤੇ ਮੈਂ ਵੇਟਰ ਆ ਤੇ ਮੇਰੀ ਤਨਖਾਹ ਥੋੜੀ ਆ, ਥੋੜੇ ਬਹੁਤ ਪੈਸੇ ਮੈਨੂੰ ਵੀ ਖਰਚਣੇ ਵਾਸਤੇ ਦੇ ਦਿਆ ਕਰ, ਮੇਰੀ ਤਨਖਾਹ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਇਹਨਾਂ ਦੇ ਦਰਮਿਆਨ ਲੜਾਈ ਝਗੜਾ ਕੁਛ ਅਰਸੇ ਬਾਅਦ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਅੱਲਾਹ ਤਾਲਾ ਨੇ ਪਹਿਲੇ ਸਾਲ ਹੀ ਇਹਨੂੰ ਇੱਕ ਬੇਟੀ ਅਤਾ ਕਰ ਦਿੱਤੀ, ਉਹਦਾ ਨਾਮ ਇਹਨਾਂ ਨੇ ਰੱਖਿਆ ਹਰੀਮ। ਫਿਰ ਦੂਸਰੇ ਸਾਲ ਇੱਕ ਬੇਟਾ ਹੋ ਗਿਆ ਜਿਹਦਾ ਨਾਮ ਰੱਖਿਆ ਇਬਰਾਹੀਮ। ਹੁਣ ਆਸਤਾ ਆਸਤਾ ਇਹਨਾਂ ਦੇ ਦਰਮਿਆਨ ਲੜਾਈ ਝਗੜਾ ਵੱਧਦਾ ਗਿਆ ਹੱਤਾ ਕਿ ਇਹ ਜਿਹੜੀ ਆ ਇਰਮ ਆਪਣੇ ਬੱਚਿਆਂ ਨੂੰ ਚੁੱਕਦੀ ਆ, ਚੁੱਕ ਕੇ ਤੇ ਆਪਣੇ ਵਾਲਿदैन ਦੇ ਘਰ ਆ ਜਾਂਦੀ ਆ ਔਰ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਉਹਨੂੰ ਉਹਦੀਆਂ ਖਸਲਤਾਂ ਦਾ ਪਤਾ ਚੱਲ ਗਿਆ ਸੀ। ਔਰ ਆਸਤਾ ਆਸਤਾ ਇਹਨਾਂ ਦਰਮਿਆਨ ਕੀ ਹੁੰਦਾ ਕਿ ਤਲਾਕ ਹੋ ਜਾਂਦੀ ਆ, ਖੁਲਾ ਲੈ ਲੈਂਦੀ ਆ। ਉਸ ਤੋਂ ਬਾਅਦ ਇਰਮ ਜਿਹੜੀ ਆ ਆਪਣੇ ਵਾਲਿदैन ਦੇ ਘਰ ਰਹਿੰਦੀ ਆ। ਇੱਕ ਉਸ ਇਲਾਕੇ ਦਾ ਇੱਕ ਜ਼ਿਮੀਂਦਾਰ ਆਦਮੀ ਹੁੰਦਾ ਜਿਹਦਾ ਨਾਮ ਹੁੰਦਾ ਕਮਰ ਬਾਬਰ। ਕਮਰ ਬਾਬਰ ਜਿਹੜਾ ਚੰਗਾ ਕਪੜਾ ਪਾਉਂਦਾ, ਚੰਗਾ ਖਾਂਦਾ, ਚੰਗਾ ਪਹਿਨਦਾ ਜ਼ਿਮੀਂਦਾਰ ਆਦਮੀ ਆ। ਇਹਦੀ ਸੈਟਿੰਗ ਉਸ ਕਮਰ ਬਾਬਰ ਆਦਮੀ ਦੇ ਨਾਲ ਹੋ ਜਾਂਦੀ ਆ। ਇਹ ਫਿਰ ਦੋਨੋਂ ਆਪਸ ਵਿੱਚ ਹੀ ਤੈਅ ਕਰਦੇ ਨੇ ਕਿ ਆਪਾਂ ਸ਼ਾਦੀ ਕਰ ਲਈਏ। ਉਸ ਤੋਂ ਬਾਅਦ ਇਰਮ ਜਿਹੜੀ ਆ ਉਹ ਇਹਨੂੰ ਕਹਿੰਦੀ ਆ ਕਿ ਤੂੰ ਮੇਰਾ ਰਿਸ਼ਤਾ ਘਰ ਪੁੱਛਣ ਆ ਤੇ ਫਿਰ ਮੈਂ ਤੇਰੇ ਨਾਲ ਸ਼ਾਦੀ ਕਰ ਲਾਂਗੀ।
ਹੁਣ ਕਮਰ ਬਾਬਰ ਰਿਸ਼ਤਾ ਪੁੱਛਣ ਕਿਸੇ ਨੂੰ ਭਜਵਾਉਂਦਾ ਔਰ ਇਰਮ ਦੇ ਕਹਿਣ ਦੇ ਉੱਤੇ ਇਹ ਰਿਸ਼ਤਾ ਜਿਹੜਾ ਹੋ ਜਾਂਦਾ, ਲੇਕਿਨ ਇਹਦੀ ਸ਼ਰਾਇਤ ਰੱਖੀ ਗਈ ਸੀ ਕਿ ਜਿਹੜੇ ਦੋਨੋਂ ਬੱਚੇ ਹੋਣਗੇ ਉਹ ਆਪਣੀ ਨਾਨੀ ਅੰਮੀ ਕੋਲ ਰਹਿਣਗੇ, ਇੱਥੇ ਮੇਰੇ ਡੇਰੇ ਤੇ ਨਹੀਂ ਆਣਗੇ, ਤੇਰੇ ਨਾਲ ਨਹੀਂ ਰਹਿਣਗੇ। ਉਹਨਾਂ ਨੇ ਸ਼ਰਤ ਮਨਜ਼ੂਰ ਕਰ ਲਈ ਔਰ ਇਹਦਾ ਨਿਕਾਹ ਕਰ ਦਿੱਤਾ ਗਿਆ। ਇਰਮ ਜਿਹੜੀ ਆ ਹੁਣ ਕਮਰ ਬਾਬਰ ਦੇ ਕੋਲ ਆ ਗਈ ਆ, ਉਹਦੇ ਡੇਰੇ ਦੇ ਉੱਤੇ 2 ਕਮਰੇ ਬਣਾਏ ਜਿੱਥੇ ਉਹ ਰਹਿ ਰਹੇ ਨੇ। ਹੁਣ ਇਹ ਪਹਿਲਾਂ ਵੀ ਸ਼ਾਦੀशुदा, ਇਹਦੇ 5 ਬੱਚੇ ਆ। ਦੂਸਰੀ ਬੀਵੀ ਜਿਹੜੀ ਆ ਉਹ ਦੂਸਰੀ ਜਗ੍ਹਾ ਤੇ ਰਹਿ ਰਹੀ ਆ। ਸ਼ੁਰੂ ਦੇ ਵਿੱਚ ਤਾਂ ਇਹ ਬੜਾ ਟਾਈਮ ਦਿੰਦਾ ਸੀ ਆਪਣੀ ਬੀਵੀ ਨੂੰ ਔਰ ਉਹਦੇ ਕੋਲ ਰਹਿੰਦਾ ਸੀ, ਉਹਦੇ ਨਾਜ਼ ਨਖਰੇ ਸਾਰਾ ਕੁਝ ਬਰਦਾਸ਼ਤ ਕਰਦਾ ਸੀ। ਆਸਤਾ ਇਹਨੂੰ ਪਤਾ ਲੱਗਾ ਇਰਮ ਨੂੰ ਕਿ ਕਮਰ ਅਬਾਸ ਜਾਂ ਨਸ਼ਈ ਆ। ਹੁਣ ਸ਼ੁਰੂ ਦੇ ਵਿੱਚ ਟਾਈਮ ਬੜਾ ਅੱਛਾ ਗੁਜ਼ਰਦਾ ਗਿਆ। ਹੌਲੀ ਇਰਮ ਹੁਣ ਆਪਣੇ ਸ਼ੌਹਰ ਖਾਮਦ ਕਮਰ ਬਾਬਰ ਨੂੰ ਕਹਿਣ ਲੱਗੀ ਕਿ ਐਸ ਦਾ ਨਸ਼ਾ ਜਿਹੜਾ ਇਹ ਤੂੰ ਛੋੜ ਦੇ, ਇਹ ਅੱਛਾ ਨਹੀਂ ਹੈਗਾ। ਉਹ ਕਹਿੰਦਾ ਚਲੋ ਠੀਕ ਆ, ਆਸਤਾ ਮੈਂ ਛੋੜ ਦੂੰਗਾ। ਉਹਨੇ ਇਦਾਂ ਕੀਤਾ ਕਿ ਇਹ ਇਰਮ ਨੂੰ ਵੀ ਨਸ਼ੇ ਦੇ ਉੱਤੇ ਲਾਤਾ। ਹੁਣ ਦੋਨੋਂ ਮੀਆਂ ਬੀਵੀ ਨਸ਼ਈ ਸਮਝ ਬਣ ਗਏ ਤੇ ਹੁਣ ਖਰਚਾ ਨਹੀਂ ਸੀ ਪੂਰਾ ਹੁੰਦਾ ਤੇ ਆਖਰਕਾਰ ਇਰਮ ਜਿਹੜੀ ਆ ਜਦੋਂ ਉਹਦੇ ਕੋਲ ਖਰਚਾ ਮੰਗਦੀ ਉਹ ਅੱਗੋਂ ਲੜਦਾ ਝਗੜਦਾ। ਇਰਮ ਕਹਿਣ ਲੱਗੀ ਕਿ ਇਹਦੇ ਨਾਲ ਬਿਹਤਰ ਇਹ ਆ ਕਿ ਮੈਂ ਹੋਟਲ ਦੇ ਵਿੱਚ ਦੁਬਾਰਾ ਨੌਕਰੀ ਕਰ ਲੈਂਦੀ ਆ। ਇਰਮ ਹੁਣ ਦੁਬਾਰਾ ਜਿਸ ਵੇਲੇ ਉਹਨੂੰ ਕਹਿੰਦੀ ਨੌਕਰੀ ਕਰ ਲੈਂਦੀ ਆ, ਇਹਨਾਂ ਦੇ ਦਰਮਿਆਨ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਉਹ ਮਾਰਦਾ ਕੁੱਟਦਾ ਆ ਤੇ ਕਮਰ ਬਾਬਰ ਜਿਹੜਾ ਜਦੋਂ ਉਹਦੇ ਕੋਲ ਨਸ਼ਾ ਨਹੀਂ ਪੂਰਾ ਹੁੰਦਾ ਤੇ ਫਿਰ ਆਪਸ ਵਿੱਚ ਹੀ ਦੋਨਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ। ਉਸ ਤੋਂ ਬਾਅਦ ਜਿਹੜੇ ਨਸ਼ਈ ਬੰਦੇ ਹੁੰਦੇ ਨੇ, ਖਾਸ ਕਰ ਐਸ ਦੇ ਨਸ਼ੇ ਵਾਲੇ, ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਗੱਲ ਫਿੱਟ ਹੋ ਜਾਏ ਨਾ ਉਹ ਫਿੱਟ ਹੋ ਜਾਂਦੀ ਆ। ਉਹ ਕਹਿਣ ਲੱਗਾ ਕਿ ਇਹ ਮੇਰੀ ਦੁਸ਼ਮਣ ਆ। ਬਸ 20 ਤਰੀਕ ਨੂੰ ਫਿਰ ਰਾਤ ਨੂੰ ਆਂਦਾ, ਦੋਨਾਂ ਦੇ ਦਰਮਿਆਨ ਲੜਾਈ ਝਗੜੇ ਹੋ ਜਾਂਦੇ ਨੇ 20 ਅਪ੍ਰੈਲ ਦੀ ਰਾਤ ਨੂੰ 8 ਵਜੇ। ਉਸ ਤੋਂ ਬਾਅਦ ਆਂਦਾ ਇਹ ਡੰਡਿਆਂ ਦੇ ਨਾਲ ਉਹਨੂੰ ਮਾਰਨਾ ਸ਼ੁਰੂ ਕਰ ਦਿੰਦਾ ਔਰ ਇੰਨੇ ਕੁ ਡੰਡੇ ਮਾਰਦਾ ਕਿ ਉਹਨੂੰ ਮੁਬੱਯਨਾ ਤੌਰ ਤੇ ਮਾਰ ਦਿੰਦਾ। ਜਦੋਂ ਮਰ ਜਾਂਦੀ ਆ ਉਹ ਘਰ ਦੇ ਅੰਦਰ ਹੀ ਇੱਕ 4 ਫੁੱਟ ਦਾ ਗਹਿਰਾ ਖੱਡਾ ਕੱਢਦਾ, ਉਹਦੇ ਵਿੱਚ ਉੱਤੇ ਮਿੱਟੀ ਪਾ ਕੇ ਉਹਨੂੰ ਦੱਬ ਦਿੰਦਾ, ਉੱਤੇ ਲੱਕੜਾਂ ਜਿਹੜੀਆਂ ਘਰ ਦੇ ਵਿੱਚ ਜਲਾਈਆਂ ਜਾਂਦੀਆਂ ਉਹ ਚਿਣ ਦਿੰਦਾ। ਉਸ ਤੋਂ ਬਾਅਦ ਉਹਦੀ ਮਾਂ ਜਿਹੜੀ ਆ ਉਹ ਇਹਦੇ ਘਰ ਨਹੀਂ ਸੀ ਆਂਦੀ ਹੁੰਦੀ, ਉਹ ਫੋਨ ਗਾਹੇ ਬਗਾਹੇ ਕਰਦੀ ਹੁੰਦੀ ਸੀ। ਉਹਨੇ 21, 22, 23 ਤਰੀਕ ਤੱਕ ਫੋਨ ਕੀਤਾ ਲੇਕਿਨ ਇਹਦਾ ਫੋਨ ਬੰਦ ਜਾ ਰਿਹਾ ਸੀ। ਇਹਦੀ ਮਾਂ ਨੇ ਜ਼ਾਹਿਦਾ ਨੇ ਆਪਣੇ ਬੇਟੇ ਬਲਾਲ ਨੂੰ ਕਿਹਾ ਕਿ ਚੱਲ ਚਲੀਏ ਬੇਟੀ ਦੀ ਖਬਰ ਲੈ ਕੇ ਆਈਏ। ਇਹ ਉਹਨੂੰ ਪੁੱਛਦੇ ਨੇ ਕਮਰ ਬਾਬਰ ਨੂੰ ਕਿ ਕਿੱਥੇ ਆ ਸਾਡੀ ਬੇਟੀ। ਉਹ ਕਹਿੰਦਾ ਕਿ ਨੱਸ ਗਈ ਹੋਏਗੀ, ਮੈਨੂੰ ਕੀ ਪਤਾ, ਕਿਸੇ ਨਾਲ ਚਲੇ ਗਈ ਹੋਏਗੀ। ਉਹ ਕਹਿੰਦੇ ਕੀ ਤੂੰ ਬਕਵਾਸ ਕਰ ਰਿਹਾ, ਕਿਹੜੀ ਗੱਲ ਕਰ ਰਿਹਾ, ਤੂੰ ਹੋਸ਼ੋ ਆਵਾਜ਼ ਦੇ ਵਿੱਚ ਹੈ, ਤੂੰ ਨਸ਼ਾ ਕੀਤਾ ਹੋਣਾ, ਬੋਲੀ ਜਾ ਰਿਹਾ। ਉਹਨਾਂ ਨੇ ਕਿਹਾ ਕਿ ਠੀਕ ਆ, ਅਗਰ ਤੂੰ ਨਹੀਂ ਦੱਸਦਾ ਅਸੀਂ 15 ਤੇ ਕਾਲ ਕਰਦੇ ਹਾਂ। ਜੋ ਹੀ ਗੱਲ ਕੀਤੀ ਉਹ ਕਹਿੰਦਾ ਉਹ ਸਾਹਮਣੇ ਟਵਾ ਕੱਢਿਆ, ਉੱਥੇ ਦੱਬੀ ਹੋਈ ਆ। ਉਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ। ਜੋ ਹੀ ਉੱਥੇ ਜਾਂਦੇ ਨੇ ਦੇਖਦੇ ਨੇ ਮਿੱਟੀ ਥੱਲੇ ਤਾਜ਼ੀ ਹੁੰਦੀ ਆ। ਉਹ 15 ਤੇ ਕਾਲ ਕਰਦੇ ਨੇ। ਥਾਣਾ ਇਹਨਾਂ ਨੂੰ ਸਿਆਲਕੋਟ ਦੇ ਵਿੱਚ 에ਅਰਪੋਰਟ ਦਾ ਲੱਗਦਾ। SHO ਜਿਹੜੇ ਨੇ ਬਲਾਲ ਸਾਹੀ ਸਾਹਿਬ ਆਪਣੀ ਟੀਮ ਦੇ ਹਮਰਾਹ ਮੌਕੇ ਤੇ ਪਹੁੰਚ ਜਾਂਦੇ ਨੇ ਔਰ ਆ ਕੇ ਉਸ ਜਗ੍ਹਾ ਦੀ ਖੁਦਾਈ ਕਰਦੇ ਨੇ ਔਰ ਫਿਰ ਰੈਸਕਿਊ ਦੀਆਂ ਟੀਮਾਂ ਨੂੰ ਬੁਲਾ ਲਿਆ ਜਾਂਦਾ ਔਰ ਫੋਰੈਂਸਿਕ ਰਿਪੋਰਟ ਦੀਆਂ ਟੀਮਾਂ ਨੂੰ ਵੀ ਮੌਕੇ ਤੇ ਬੁਲਾ ਲਿਆ ਜਾਂਦਾ। ਫਿਰ ਉਸ ਤੋਂ ਬਾਅਦ ਬਲਾਲ ਸਾਹੀ ਸਾਹਿਬ DSP ਸਜਾਦ ਅਹਿਮਦ ਨੂੰ ਕਾਲ ਕਰਕੇ ਇਸ ਵਾਕਿਏ ਦੇ ਮੁਤਲਕ ਦੱਸਦੇ ਨੇ। ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ। ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਚੁੱਕਿਆ ਜਾਂਦਾ, ਚੁੱਕ ਕੇ ਤੇ ਪੋਸਟਮਾਰਟਮ ਵਾਸਤੇ ਹਸਪਤਾਲ ਪਹੁੰਚਾਇਆ ਜਾਂਦਾ ਔਰ ਫਿਰ ਇੱਕ FIR ਉਹਦੀ ਵਾਲਦਾ ਜ਼ਾਹਦਾ ਦੀ ਮੁਦੱਯਤ ਦੇ ਵਿੱਚ 302 ਦੀ ਦਰਜ ਕੀਤੀ ਜਾਂਦੀ ਆ ਸ਼ੌਹਰ ਕਮਰ ਬਾਬਰ ਦੇ ਖਿਲਾਫ। ਇਹ ਇੱਕ ਦਿਲਖਰਾਸ਼ ਵਾਕਿਆ ਸੀ ਕਿ ਇੱਕ ਲੜਕੀ ਨੇ ਜਿਹੜੀ ਪੜ੍ਹੀ ਲਿਖੀ MSc ਹੋਟਲ ਮੈਨੇਜਮੈਂਟ ਦੇ ਵਿੱਚ ਕੀਤੀ ਹੋਈ ਆ ਲੇਕਿਨ ਇੱਕ ਦਰਦਨਾਕ ਮੌਤ ਉਹਨੂੰ ਮਿਲੀ। ਉਹਦੀ ਕੀ ਵਜ੍ਹਾ ਬਣੀ, ਇਹਦੇ ਵਿੱਚ ਕਿਹਦਾ ਕਸੂਰ ਆ, ਉਹ ਤੁਸੀਂ ਸਾਰਾ ਕੁਝ ਆਪਣੀ ਰਾਏ ਦਾ ਇਜ਼ਹਾਰ ਕਮੈਂਟਸ ਬਾਕਸ ਦੇ ਵਿੱਚ ਕਰਨਾ। ਅੱਲਾਹ ਤਾਲਾ बुरे वक्त तो बचावे, अल्लाह ताला सब ते रहमत फरमाए। अस्सलामु अलैकुम व रहमतुल्लाहि व बरकातहू।